ਅੱਜ पंजाब कैबिनेट की एक अहम मीटिंग सरदार भगवंत सिंह मान मानयोग मुख मंत्री साहब की रहनुमाई हेठ हुई। पंजाब के पक्ष के अंदर पंजाब के लोगों के लिए अहम फैसले पंजाब की तरक्की को रख के ਵੱਖ-ਵੱਖ फैसले लै गए, जिन्हां विचों मैं समझदा कि 2021-22 की 2021-22 की जिहड़ी एनुअल रिपोर्ट आ इरीगेशन डिपार्टमेंट की सिंचाई विभाग की 2021-22 की रिपोर्ट जी सालाना रिपोर्ट वो पेश की गई, जिन्होंने प्रवानगी आ मंत्रिमंडल को दी गई। इस तरह लगभग पंज कैदियों की रिपोर्टां पेश हुई, जिन्होंने अगाऊ अगेती रिहाई के लिए जिन्होंने रिपोर्ट पेश हुई, 4 रिपोर्टां जिहड़ियां सी अगेती रिहाई लिए सीगियां, एक रिपोर्ट जिहड़ी सी वो रिजैक्शन की सी कि इस कैदी को रिहा ना किया जाए क्योंकि उसके खिलाफ बहुत सारे मुकदमे बहुत सारे जिहड़े तो चाल चलना सी थल्लों लिख के ठीक नहीं आया सीगा। सो एक कैदी की रिपोर्ट जी रिजैक्ट की गई, 4 कैदियों की जी अगाऊ रिहाई है उन्होंने प्रवानगी मंत्रिमंडल वालों जारी की गई। इस तरह जिहड़ा ग्रुप पंजाब सरकार के प्रशासनिक सुधार संबंधी डिपार्टमेंट वालों नवीं 20 पोस्टां नूं प्रवानगी दी गई, जिन्हां दी भर्ती जिहड़ी आउण वाले समय के अंदर PPSC ते SS बोर्ड करनगे ताकि प्रशासकी सुधार दे जिहड़ियां दे अंदर होर तरीके दे नाल काम जिहड़ा हैगा हो सके। इस तो बिना पंजाब दे अंदर एक मोहाली दे विच एक बहुत बड़ा जिहड़ा मैं समझदा हैल्थ के केंद्र के अंदर साडियां सेहत सेवावां नूं लैके बहुत बड़ा फैसला होयागा कि पंजाब इंस्टीट्यूट ऑफ लिवर एंड बैलरी साइंसिस की जी स्थापना की आ वो मोहाली के अंदर हो रही हैगी। लिवर एंड बैलरी साइंसिस की स्थापना मोहाली च हो रही है, जिहदे 484 असामियां की सिरजना की गई आ और लगभग 60 करोड़ रुपया खर्च आने का अनुमान आ, और जिहदे नाल मैं समझदा पंजाब के हैपेटाइटिस C के केस, लिवर के केस, जिन्होंने कोई ना कोई बीमारी है उन्होंने जोड़ा है ठीक करने में बहुत बड़ा एक मील पत्थर साबित होगा, एक बहुत बड़ी क्रांतिकारी कदम आगा। मैं समझदा पंजाब सेहत सेवावां नूं होर बेहतर बनाउण दे लई और पंजाब के नौजवानों के पंजाब के लोगों जेकर कोई बीमार हैगा उन्होंने ठीक करने में बहुत बड़ा इतिहासक कदम जिहड़ा चुकिया गया है। इस तरह पंजाब के अंदर बोरिंग लिमिट FRBM एक्ट के सोध की गई आ। ਉਹਦੇ ਵਿੱਚ ਜਿਹੜੀ ਹਰੇਕ ਸਾਲ ਸਾਨੂੰ ਜਦੋਂ ਅਸੀਂ ਵਾਰਿੰਗ ਲੈਂਦੇ ਆ ਲਿਮਿਟ ਕਰਦੇ ਆ ਤਾਂ ਸਾਨੂੰ ਹਰੇਕ ਸਾਲ ਐਕਟ ਸੋਧਣਾ ਪੈਂਦਾ ਸੀਗਾ, ਉਹਨੂੰ ਜਰਨਲਾਈਜ਼ ਕੀਤਾਗਾ ਕਿ ਕਿਸ ਤਰ੍ਹਾਂ ਮਾਲੀ ਘਾਟੇ ਕੀ ਹੋਣਗੇ, ਇਸੇ ਤਰ੍ਹਾਂ ਜਿਹੜਾ ਵਿੱਤੀ ਘਾਟਾ ਕੀ ਹੈਗਾ, ਰੈਵਨਿਊ ਦਾ ਘਾਟਾ ਕੀ ਆ, ਉਹਨੂੰ ਜਿਹੜਾ ਹੈਗਾ ਬਰਾਬਰ ਮੰਨ ਕੇ ਅਸੀਂ ਜਿਹੜੀ ਵਾਰਿੰਗ ਲਿਮਿਟ ਕਰਾਂਗੇ। ਸੋ ਉਹਦੇ 'ਚ ਇੱਕ ਵੱਡਾ ਸੁਧਾਰ ਹੋਇਆਗਾ। ਸੋ ਹੁਣ ਮੈਂ ਅਮਨ ਅਰੋੜਾ ਜੀ ਨੂੰ ਬੇਨਤੀ ਕਰੂੰਗਾ ਕਿ ਕੁਝ ਮੁੱਦੇ ਇਹਨਾਂ ਨਾਲ ਸੰਬੰਧਿਤ ਨੇਗੇ ਇਹ ਵੀ ਬਰੀਫ ਕਰਨਗੇ। ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ। ਜਿਵੇਂ ਚੀਮਾ ਸਾਹਿਬ ਨੇ ਦੱਸਿਆ ਹੈ ਕਿ ਕਈ ਇੰਪੋਰਟੈਂਟ ਡਿਸੀਜਨ ਨੇ ਜਿਹੜੇ ਉਹ ਲਏ ਗਏ ਨੇ, ਜਿਹਦੇ ਵਿੱਚ ਮੈਂ ਸਮਝਦਾ ਕਿ ਹੈਲਥ ਔਰ ਐਜੂਕੇਸ਼ਨ ਦੇ ਵੀ ਜਿਵੇਂ ਔਰ ਜੌਬਸ ਦਾ ਜਿਵੇਂ ਪ੍ਰਸ਼ਾਸਨਿਕ ਸੁਧਾਰ ਡਿਪਾਰਟਮੈਂਟ ਸਾਡੇ ਗਵਰਨੈਂਸ ਰਿਫਾਰਮਸ ਦੇ ਵਿੱਚ ਜਿਹੜੀਆਂ 20 ਖਾਲੀ ਪੋਸਟਾਂ ਨੇ ਉਹਨਾਂ ਨੂੰ ਭਰਨ ਦੀ ਗੱਲ ਕੀਤੀ ਗਈ ਹੈ, ਔਰ ਇਸੇ ਤਰ੍ਹਾਂ ਹੈਲਥ ਸੈਕਟਰ ਦੇ ਵਿੱਚ ਕੀਤੀ ਗਈ ਹੈ। ਐਜੂਕੇਸ਼ਨ ਦੇ ਵਿੱਚ ਵੀ ਇੱਕ ਬਹੁਤ ਅਹਿਮ ਫੈਸਲਾ ਜਿਹੜਾ ਅੱਜ ਸਰਕਾਰ ਵੱਲੋਂ ਕੀਤਾ ਗਿਆ ਹੈ, ਉਹ ਜਿਹੜੇ ਰਾਜ ਦੇ ਸੀਨੀਅਰ ਸੈਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ ਵਿਜ਼ਿਟਿੰਗ ਫੈਸਿਲਿਟੀ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਕੋਈ ਪਰਟੀਕੂਲਰ ਫੀਲਡ ਇਹੋ ਜਿਹਾ ਹੁੰਦਾ ਜਿੱਥੇ ਵਿਜ਼ਿਟਿੰਗ ਫੈਕਲਟੀ ਦੀ ਲੋੜ ਹੁੰਦੀ ਹੈ ਤੇ ਉਹਨਾਂ ਨੂੰ ਨੀਡ ਬੇਸਡ ਜ਼ਰੂਰਤਾਂ ਮੁਤਾਬਕ ਉਹਨਾਂ ਨੂੰ ਜਿਹੜਾ ਵਿਜ਼ਿਟਿੰਗ ਫੈਸਿਲਿਟੀ ਅਲਾਉ ਕੀਤਾ ਗਿਆ, ਜਿਹਦੇ ਕਰਕੇ ਕਈ ਵਾਰੀ ਉਸ ਸਕੂਲ ਦੇ ਜਿਹੜੇ ਪਰਟੀਕੂਲਰ ਬੱਚਿਆਂ ਦੇ ਕੋਈ ਇੰਟਰਸਟ ਨੇ ਜਾਂ ਜ਼ਰੂਰਤਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਸੀਗੀਆਂ। ਉਹਦਾ ਫੈਸਲਾ ਕੀਤਾ ਗਿਆ। ਤਕਰੀਬਨ 30 ਕਰੋੜ ਰੁਪਏ ਦਾ ਇਹਦਾ ਆਊਟਲੇ ਹੈ ਜਿਹੜਾ ਉਹ ਰੱਖਿਆ ਗਿਆ। ਸੋ ਮੈਂ ਸਮਝਦਾ ਕਿ ਇਹ ਕਈ ਸਾਰੇ ਡਿਸੀਜਨ ਨੇ ਜਿਹੜੇ ਅੱਜ ਕੈਬਨਿਟ ਨੇ ਲਏ ਨੇ, ਔਰ ਇਸ ਤੋਂ ਵੀ ਇੰਪੋਰਟੈਂਟ ਕਿਉਂਕਿ ਅੱਜ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਖੇਡਾਂ ਦਾ ਇੱਕ ਬਹੁਤ ਵਧੀਆ ਮਾਹੌਲ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਬਣ ਰਿਹਾ ਹੈ, ਔਰ ਕੱਲ੍ਹ ਨੂੰ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਦਾ ਆਗਾਜ਼ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਪੋਰਟਸ ਪਰਸਨ ਨੇ ਜਿਹੜੇ ਉਹ ਪਾਰਟਿਸਿਪੇਟ ਕਰਨਗੇ। ਸੋ ਤੁਹਾਨੂੰ ਮੀਡੀਆ ਦੇ ਜ਼ਰੀਏ ਬੇਨਤੀ ਕਰਦੇ ਹਾਂ ਕਿ ਜਿਵੇਂ ਜਿਸ ਤਰੀਕੇ ਦੇ ਨਾਲ ਪਿਛਲੀ ਵਾਰੀ
3 ਲੱਖ ਤੋਂ ਵੱਧ ਖਿਡਾਰੀਆਂ ਨੇ ਉਹਦੇ ਵਿੱਚ ਪਾਰਟਿਸਿਪੇਟ ਕਰਕੇ ਉਸ ਮਹਾਕੁੰਭ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਮਾਹੌਲ ਸਿਰਜਿਆ ਸਪੋਰਟਸ ਦਾ। ਉਹਦੇ ਵਾਸਤੇ ਵੀ ਬੇਨਤੀ ਹੈ ਸਾਰੇ ਪੰਜਾਬ ਦੇ ਸਪੋਰਟਸ ਪਰਸਨ ਕਿ ਵੱਧ ਤੋਂ ਵੱਧ ਪਾਰਟਿਸਿਪੇਟ ਕਰਨ ਤਾਂ ਕਿ ਇੱਕ ਵਧੀਆ ਮਾਹੌਲ ਹੈ ਜਿਹੜਾ ਪੰਜਾਬ ਦੇ ਵਿੱਚ ਸਿਰਜਿਆ ਜਾ ਸਕੇ। ਚੀਮਾ ਸਾਹਿਬ, ਇੱਕ ਕਟੌਤੀ ਦਾ ਜ਼ਿਕਰ ਹੋ ਰਿਹਾ ਸੀ ਜਿਹੜੇ ਫੰਡਾਂ ਨੂੰ ਲੈ ਕੇ ਕਿ ਮੁੱਖ ਮੰਤਰੀ ਦੇ ਫੰਡਾਂ 'ਚ 50 ਕਰੋੜ ਤੋਂ 37 ਕਰੋੜ ਹੋ ਜਾਏਗਾ। ਮੰਤਰੀਆਂ ਦੀ ਫੈਸਲਾ ਹੋਇਆਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਅਖਤਿਆਰੀ ਕੋਟਾ ਸੀ ਉਹਦੇ ਵਿੱਚ ਉਹ ਘਟਾ ਕੇ 50 ਕਰੋੜ ਤੋਂ 37 ਕਰੋੜ ਕੀਤਾ ਗਿਆ। ਇਸੇ ਤਰ੍ਹਾਂ ਜਿਹੜੇ ਮੰਤਰੀ ਸਾਹਿਬਾਨ ਨੇ, ਮੰਤਰੀ ਮੰਡਲ ਦੇ ਸਾਡੇ ਕੈਬਨਿਟ ਮੰਤਰੀ ਨੇ, ਕਿ ਉਹਨਾਂ ਦਾ ਪਹਿਲਾਂ 1.5 ਕਰੋੜ ਸੀਗਾ, ਉਹਨੂੰ ਘਟਾ ਕੇ 1 ਕਰੋੜ ਕੀਤਾ ਗਿਆ ਗਾ। ਕਿਉਂਕਿ ਬਹੁਤ ਸਾਰੀਆਂ ਜਿਵੇਂ ਜੇ ਮੈਂ ਗੱਲ ਕਰਾਂ ਸਕੂਲਾਂ ਦੀ ਕਾਇਆ ਕਲਪ ਦੀ ਗੱਲ ਕਰਾਂ, ਉਹਦੇ ਲਈ ਇੱਕ ਵੱਖਰਾ ਬਜਟ ਜਿਹੜਾ ਅਸੀਂ ਰੱਖਿਆ ਸੀਗਾ ਕਿ ਦੀਵਾਰਾਂ ਬਣਾਉਣ ਦੇ ਲਈ, ਸਕੂਲ ਦੇ ਕਮਰੇ ਬਣਾਉਣ ਦੇ ਲਈ, ਸਕੂਲ ਦੇ ਅੰਦਰ ਲਾਇਬ੍ਰੇਰੀਆਂ ਬਣਾਉਣ ਦੇ ਲਈ, ਸਕੂਲ ਦੇ ਅੰਦਰ ਸਾਇੰਸ ਦੇ ਕਮਰੇ ਬਣਾਉਣ ਲਈ, ਉਹ ਆਲਰੇਡੀ ਕਿਉਂਕਿ ਇਹ ਡਿਸਕ੍ਰਿਪਸ਼ਨ ਫੰਡ ਉੱਥੇ ਹੀ ਜਾਂਦਾ ਸੀਗਾ, ਉਹ ਅਸੀਂ ਆਲਰੇਡੀ ਉਹਦਾ ਪ੍ਰਬੰਧ ਕੀਤਾ। ਇਸੇ ਤਰ੍ਹਾਂ ਸਵੱਛ ਭਾਰਤ ਦੇ ਅਧੀਨ ਅਸੀਂ ਜਿਹੜਾ ਵੀ ਪਾਣੀ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਗੰਦੇ ਪਾਣੀ ਦਾ ਪ੍ਰਬੰਧ, ਇਸੇ ਤਰ੍ਹਾਂ ਪਿੰਡਾਂ 'ਚ ਇਹ ਸਾਰੇ ਆਲਰੇਡੀ ਉਹ ਜਿਹੜੇ ਹੈਗੇ ਨੇ ਉਹ ਬੰਦ ਹੋ ਚੁੱਕੇ ਨੇ। ਸੋ ਇਸੇ ਗੱਲ ਕਰਕੇ ਜਿਹੜੀ ਮੈਂ ਸਮਝਦਾਗਾ ਉਹਦੀ ਗ੍ਰਾਂਟ ਦੀ ਲੋੜ ਘਟ ਗਈ, ਇਸ ਕਰਕੇ 1 ਕਰੋੜ ਕੀਤੀ। ਡਿਪਾਰਟਮੈਂਟਾਂ ਨੂੰ ਜਿਹੜੇ ਬਜਟ ਹੁੰਦਾ ਉਹ ਆਪਣਾ ਨਿਰਧਾਰਿਤ ਕੀਤਾ ਜਾਂਦਾ ਹੈਗਾ, ਤੁਸੀਂ ਹਰ ਸਾਲ ਕਰਦੇ ਵੀ ਹੈਗੇ ਹੋ, ਲੇਕਿਨ ਖਾਸ ਤੌਰ ਤੇ ਜਿਹੜਾ ਫੰਡ ਪਹਿਲਾਂ ਜਿਹੜਾ ਇਹ ਹੁੰਦਾ ਸੀਗਾ, ਪਹਿਲਾਂ ਪੁਰਾਣੀਆਂ ਸਰਕਾਰ ਦੀ ਮੈਂ ਜੇ 2021 ਦੀ ਗੱਲ ਕਰਾਂ, ਜਿਹੜੀ ਰਿਪੋਰਟ ਪੇਸ਼ ਕੀਤੀ ਆ, ਇਹਦੇ ਅੰਦਰ ਇੰਨਾ ਹਿਊਜ ਡਿਫਰੈਂਸ ਹੈਗਾ ਕਿ ਬਜਟ ਰੱਖਿਆ ਗਿਆ ਸੀ ਲਗਭਗ 1200 ਕਰੋੜ ਦਾ, ਖਰਚਾ ਹੋਇਆ 200 ਕਰੋੜ। ਪਿਛਲੀ ਸਰਕਾਰ ਦੀ ਮੈਂ ਗੱਲ ਕਰਦਾ, ਉਹ ਖਰਚਾ ਨਹੀਂ ਕਰਦੀ ਸੀ। ਅਸੀਂ ਹੁਣ ਜਿਹੜਾ ਜੇ ਮੈਂ ਮੰਨ ਲਵਾਂ ਕਿ ਅਸੀਂ ਇਰੀਗੇਸ਼ਨ ਦਾ 2000 ਰੱਖਿਆ ਗਾ, ਤਾਂ ਅਸੀਂ 100% ਮੀਟ ਕਰ ਰਹੇ ਹਾਂ, ਤਾਂ ਉਹ 86% 87% ਖਰਚ ਹੋ ਚੁੱਕੇ ਨੇਗੇ। ਸੋ ਡਿਸਕ੍ਰਿਸ਼ਨਰੀ ਫੰਡ ਜਿਹੜੀ ਹੈ ਇਸੇ ਗੱਲ ਕਰਕੇ। ਚੀਮਾ ਸਾਹਿਬ, ਇੱਕ ਡਿਪਟੀ ਸਪੀਕਰ ਦੇ ਫੰਡ ਦੇ ਵਿੱਚ ਵੀ ਕਮੀ ਹੋਈ ਜਿਸ ਦੇ ਨਾਲ ਸਪੀਕਰ ਔਰ ਡਿਪਟੀ ਸਪੀਕਰ ਬਿਲਕੁਲ ਸਾਰੇ ਫੰਡਾਂ 'ਚ ਕਮੀ ਹੋਈ। ਚੀਮਾ ਸਾਹਿਬ, ਆਂਗਨਵਾੜੀ ਵਰਕਰਾਂ ਨੂੰ ਵੀ ਕੋਈ ਭਰਤੀ ਭੁਰਤੀ ਕਰਨ ਜਾ ਰਹੇ? ਬਿਲਕੁਲ ਆਂਗਨਵਾੜੀ ਵਰਕਰਾਂ ਦੀ ਭਰਤੀ ਬਿਲਕੁਲ ਚੱਲ ਰਹੀ ਹੈ। ਚੀਮਾ ਸਾਹਿਬ, ਪਰਾਲੀ ਨੂੰ ਲੈ ਕੇ, ਕਿਉਂਕਿ ਅਗਲੇ ਮਹੀਨੇ ਪਰਾਲੀ ਦਾ ਇਸ਼ੂ ਆਣਾ ਹੋਇਆ, ਪਰਾਲੀ ਨੂੰ ਲੈ ਕੇ ਕੋਈ ਡਿਸੀਜਨ ਲਿੱਤਾ? ਕਿਸਾਨ ਕਹਿ ਰਹੇ ਕਿ ਹਾਂਜੀ ਹਜੇ ਕੋਈ ਡਿਸੀਜਨ ਮਾਨਸੂਨ ਸੈਸ਼ਨ ਦੂਸਰਾ ਕੋਈ ਗੱਲਬਾਤ ਹੋਈ ਹੈ? ਨਹੀਂ ਜੀ, ਮਾਨਸੂਨ ਸੈਸ਼ਨ ਨੂੰ ਲੈ ਕੇ ਕੋਈ ਗੱਲ। ਬੁਟੀਕ ਕਈ ਥਾਵਾਂ ਤੇ ਦੇਖਿਆ ਗਿਆ ਕਿ GST ਦਾ ਟੈਕਸ ਨਹੀਂ ਭਰਦੇ, ਔਰ ਕਈ ਥਾਵਾਂ ਤੇ ਆਈਲੈਟ ਸੈਂਟਰ ਵਾਲੇ ਨਹੀਂ ਭਰਦੇ, ਉਸ ਨੂੰ ਲੈ ਕੇ ਵੀ ਕੋਈ ਚਰਚਾ ਕੀਤੀ ਗਈ? ਦੇਖੋ ਡਿਪਾਰਟਮੈਂਟ, ਕਿਉਂਕਿ GST ਦਾ ਡਿਪਾਰਟਮੈਂਟ ਮੈਂ ਦੇਖ ਰਿਹਾ, ਟੈਕਸ ਡਿਪਾਰਟਮੈਂਟ ਮੈਂ ਦੇਖ ਰਿਹਾ, ਜਿੱਥੇ ਵੀ ਕਿਤੇ ਟੈਕਸ ਦੀ ਅਵੇਜ਼ਨ ਆ ਗਈ, ਚਾਹੇ ਉਹ ਬੁਟੀਕ ਦੇ ਵਿੱਚ ਆ, ਚਾਹੇ ਉਹ ਆਈਲੈਟ ਸੈਂਟਰ ਦੇ ਵਿੱਚ ਆ, ਚਾਹੇ ਕਿਸੇ ਹੋਰ ਜਗ੍ਹਾ ਦੇ ਉੱਤੇ ਆ, ਉਹਨਾਂ ਸਭ ਨੂੰ ਬਿਲਕੁਲ ਅਸੀਂ ਦੁਰਸਤ ਕਰ ਰਹੇ ਹਾਂ, ਠੀਕ ਕਰ ਰਹੇ ਹਾਂਗੇ। ਸਾਡੀਆਂ ਟੀਮਾਂ ਅੱਜ ਵੀ ਮੰਡੀ ਗੋਬਿੰਦਗੜ੍ਹ ਦੇ ਵਿੱਚ, ਲੁਧਿਆਣੇ ਦੇ ਵਿੱਚ, ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਗਈਆਂ ਹੋਈਆਂ ਨੇਗੀਆਂ। ਅਸੀਂ ਹਰ ਰੋਜ਼ ਜਿੱਥੇ ਵੀ ਕਿਤੇ ਚੋਰੀਆਂ ਨੂੰ ਅਸੀਂ ਪਲੱਗ ਕਰਾਂਗੇ, ਚੋਰੀ ਨੂੰ ਖਤਮ ਕਰਾਂਗੇ, ਕਿਉਂਕਿ ਉਹ ਪੈਸਾ ਜਿਹੜਾ ਮੈਂ ਸਮਝਦਾ GST ਦੇ ਕੋਟੇ 'ਚ ਆਉਣਾ ਚਾਹੀਦਾ, ਸਾਡੇ GST ਦੇ ਹੈੱਡ ਵਿੱਚ ਆਉਣਾ ਚਾਹੀਦਾ, ਉਹ ਕਿਤੇ ਨਾ ਕਿਤੇ ਉਹਦੀ ਦੁਰਉਪਯੋਗ ਜਾਂ ਉਹਦੀ ਚੋਰੀ ਹੋ ਰਹੀ ਸੀਗੀ ਵੱਡੀ ਪੱਧਰ ਤੇ, ਉਹ ਬਿਲਕੁਲ ਅਸੀਂ ਲੱਗੇ ਹਾਂ ਰੋਕਾਂਗੇ। ਅੱਜ ਅਨੁਰਾਗ ਠਾਕੁਰ ਕਹਿ ਰਹੇ ਨੇ, ਕਹਿੰਦੇ ਕਿ ਭਾਜਪਾ ਸਟੇਟਾਂ 'ਚ ਸਰਕਾਰ ਤੋੜਨ ਦਾ ਕੰਮ ਨਹੀਂ ਕਰਦੀ, ਇਹ ਜਾਣਬੁੱਝ ਕੇ ਮਾਹੌਲ ਇਦਾਂ ਦੀ ਆਮ ਆਦਮੀ ਪਾਰਟੀ ਦਿੱਲੀ 'ਚ ਵੀ ਸਿਰਜਦੀ ਹੈ ਔਰ ਪੰਜਾਬ 'ਚ ਵੀ ਸਿਰਜਦੀ ਹੈ। ਰਾਜਪਾਲ ਨੇ ਕੁਝ ਪੁੱਛਿਆ ਤਾਂ ਉਸਦੇ ਜਵਾਬ ਦੇਣੇ ਚਾਹੀਦੇ ਆ, ਇਸ ਤਰੀਕੇ ਦਾ ਮਾਹੌਲ ਪ੍ਰਮਿਤ ਨਹੀਂ ਕਰਨਾ ਚਾਹੀਦਾ। ਅਨੁਰਾਗ ਠਾਕੁਰ ਕਹਿ ਰਹੇ ਕਿ ਡਰੱਗਸ ਦੇ ਵਿੱਚ ਵੀ ਪੰਜਾਬ ਨੂੰ ਜੋ ਮਾਨ ਸਰਕਾਰ ਹੈ, ਇਸ ਦੇ ਵਿੱਚ ਕੇਂਦਰੀ ਮਾਨ ਸਰਕਾਰ ਕਲੇਮ ਕਰਦੀ ਹੈ ਕਿ ਅਸੀਂ ਡਰੱਗਸ ਖਤਮ ਕੀਤੇ, ਲੇਕਿਨ ਖਤਮ ਕਰ ਨਹੀਂ ਪਏ। ਦੇਖੋ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈਗਾ? ਗਵਰਨਰ ਦੀ ਨਿਯੁਕਤੀ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਕੀਤੀ ਹੋਈ ਹੈਗੀ। ਭਾਰਤੀ ਜਨਤਾ ਪਾਰਟੀ ਦੀ ਸੈਂਟਰ ਦੇ ਅੰਦਰ ਸਰਕਾਰ ਹੈਗੀ। ਅਨੁਰਾਗ ਠਾਕੁਰ ਜੀ ਉਸ ਪਾਰਟੀ ਦੇ ਮਿਨਿਸਟਰ ਨੇ, ਜਿਹੜੀ ਪਾਰਟੀ ਨੇ ਮਾਨਯੋਗ ਗਵਰਨਰ ਸਾਹਿਬ ਨੂੰ ਅਪਾਇੰਟ ਕੀਤਾ ਗਾ। ਸੋ ਮਾਨਯੋਗ ਗਵਰਨਰ ਸਾਹਿਬ ਕਿਸ ਤੋਂ ਪੁੱਛ ਕੇ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਨੇਗੇ? ਸੋ ਇਹ ਤਾਂ ਅਨੁਰਾਗ ਠਾਕੁਰ ਜੀ ਅੱਛੀ ਤਰੀਕੇ ਨਾਲ ਦੱਸ ਸਕਦੇ ਸੀਗੇ। ਸੋ ਬਿਲਕੁਲ ਮੈਂ ਸਮਝਦਾ ਕਿ ਸਰਕਾਰ ਸੰਵਿਧਾਨਕ ਤਰੀਕਿਆਂ ਦੇ ਨਾਲ ਕੰਮ ਕਰ ਰਹੀ ਹੈ। ਔਰ ਦੂਜੇ ਪਾਸੇ ਗੱਲ ਡਰੱਗ ਦੀ ਆ ਕਿ ਨਸ਼ਿਆਂ ਦੀ, ਉਹਦੇ ਖਿਲਾਫ ਸਭ ਤੋਂ ਵੱਧ ਜੇਕਰ ਇਸ ਸਾਲ 'ਚ ਰਿਕਵਰੀਆਂ ਹੋਈਆਂ ਨੇ, ਜੇਕਰ ਸਭ ਤੋਂ ਵੱਧ FIR ਹੋਈਆਂ ਤਾਂ ਉਹ ਮਾਨ ਸਰਕਾਰ ਦੇ ਸਮੇਂ ਹੋਈਆਂ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਸਮੇਂ ਹੋਈਆਂ ਨੇ। ਪਿਛਲੇ 5 ਸਾਲਾਂ ਦੇ ਦੌਰਾਨ ਜਦੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ, ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੋਨਾਂ ਦੀ ਸਾਂਝੀ ਸਰਕਾਰ ਹੁੰਦੀ ਸੀ, ਸਭ ਤੋਂ ਵੱਧ ਨਸ਼ਿਆਂ ਦਾ ਕਹਿਰ BJP ਦੀ ਸਰਕਾਰ ਦੇ ਸਮੇਂ ਹੋਇਆ ਸੀਗਾ। ਸਭ ਤੋਂ ਵੱਧ ਮੌਤਾਂ, ਸਭ ਤੋਂ ਵੱਧ ਡਰੱਗ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਦੇ ਸਮੇਂ ਹੋਇਆ ਸੀਗਾ। ਔਰ ਉਸੇ ਤਰ੍ਹਾਂ ਨੂੰ ਕੈਰੀ ਔਨ ਕਿਹਨੇ ਰੱਖਿਆ? ਕਾਂਗਰਸ ਪਾਰਟੀ ਨੇ ਰੱਖਿਆ ਸੀਗਾ। ਸਾਡੀ ਸਰਕਾਰ ਆਉਣ ਤੋਂ ਬਾਅਦ ਸਕੰਜਾ, ਚਾਹੇ ਛੋਟੀਆਂ ਮੱਛੀਆਂ ਨੇ ਚਾਹੇ ਵੱਡੀਆਂ ਮੱਛੀਆਂ ਨੇ, ਉਹਨਾਂ ਦੇ ਖਿਲਾਫ ਕੱਸਿਆ ਗਿਆ ਔਰ ਸਭ ਤੋਂ ਵੱਧ FIR ਹੋਈਆਂ ਨੇਗੀਆਂ, ਸਭ ਤੋਂ ਵੱਧ ਰਿਕਵਰੀ ਹੋਈ ਹੈ। ਲੁਧਿਆਣਾ ਵਿੱਚ ਅਕਸਰ ਅਕਾਲੀ ਦਲ ਕਹਿੰਦਾ ਕਿ ਸ਼ਰਾਬ ਦੇ ਠੇਕੇ ਸੀਗੇ, ਉੱਥੇ ਚਿੱਟਾ ਵਿਕਦਾ ਰਿਹਾ ਔਰ ਬਾਰ-ਬਾਰ ਜਿਹੜੇ ਪਹਿਲਾਂ ਕਾਂਗਰਸ ਪਾਰਟੀ, ਫਿਰ ਅਕਾਲੀ ਦਲ ਨੇ ਵੀ ਬਾਰ-ਬਾਰ ਆਰੋਪ ਲਗਾ ਰਿਹਾ ਕਿ ਵੀ NCB ਵੀ ਉੱਥੇ ਗਈ, ਬਕਾਇਦਾ ਉੱਥੇ
ਔਰ 66 ਤੇ 66 ਜਿਹੜੇ ਆ ਫਿਰ ਦੁਬਾਰਾ ਐਲੋਕੇਟ ਕਰਤੇ ਗਏ, ਦੁਬਾਰਾ ਠੇਕੇ ਦਿੱਤੇ ਗਏ ਸ਼ਰਾਬ। ਦੇਖੋ ਤੁਸੀਂ ਬੜਾ ਇੰਪੋਰਟੈਂਟ ਸਵਾਲ ਪੁੱਛਿਆ ਕਿ ਲੁਧਿਆਣਾ ਦੇ ਅੰਦਰ 66 ਜਿਹੜੇ ਠੇਕਿਆਂ ਨੂੰ ਸੀਜ਼ ਕੀਤਾ ਸੀ, ਐਨਸੀਬੀ ਨੇ ਸੀਜ਼ ਕੀਤਾ ਸੀ, ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ। ਪਰ ਲੇਕਿਨ ਉਹ 'ਚ ਅਸਲੀਅਤ ਇਹ ਸੀਗੀ ਕਿ ਇੱਕ ਵਿਅਕਤੀ ਜਿਹੜਾ ਉਸ ਕੰਪਨੀ ਦੇ ਵਿੱਚ ਇਨਵੋਲਵ ਸੀਗਾ, ਕੰਪਨੀ ਦਾ ਡਾਇਰੈਕਟਰ ਸੀਗਾ, ਉਹ ਕਿੱਥੇ ਫੜਿਆ ਗਿਆ ਸੀਗਾ? ਉਹ ਜਿੱਥੇ ਬੀਜੇਪੀ ਦੀ ਸਰਕਾਰ ਆ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿੱਥੇ ਆ? ਗੁਜਰਾਤ ਦੇ ਅੰਦਰ। ਲੰਬੇ ਸਮੇਂ ਤੋਂ ਗੁਜਰਾਤ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਉੱਥੇ ਇੱਕ ਵਿਅਕਤੀ ਫੜਿਆ ਗਿਆ ਸੀਗਾ, ਉਹਦਾ ਰਿਲੇਸ਼ਨ ਬਿਲਕੁਲ ਉਸ ਕੰਪਨੀ ਦਾ ਆਇਆ ਸੀ। ਜਦੋਂ ਸਾਨੂੰ ਪਤਾ ਲੱਗਿਆ ਤੁਰੰਤ ਕਾਰਵਾਈ ਕੀਤੀ ਗਈ ਔਰ ਉਹ ਕੇਸ ਜਿਹੜਾ ਮਾਨਯੋਗ ਹਾਈ ਕੋਰਟ ਦੇ ਅੰਦਰ ਗਿਆ ਸੀ। ਸਾਡੀ ਸਰਵਉੱਚ ਅਦਾਲਤ ਜਿਹੜੀ ਪੰਜਾਬ ਐਂਡ ਹਰਿਆਣਾ ਦੀ ਅਦਾਲਤ ਆ, ਉਹ 'ਚ ਗਿਆ ਸੀਗਾ ਔਰ ਉੱਥੋਂ ਬਿਲਕੁਲ ਹਾਈ ਕੋਰਟ ਨੇ ਕਿਹਾ ਕਿ ਠੇਕੇ ਜਿਹੜੇ ਨੇਗੇ, ਜਿਹੜੇ ਗਲਤ ਤਰੀਕੇ ਦੇ ਨਾਲ ਸੀਜ਼ ਕੀਤੇ ਗਏ, ਤੁਰੰਤ ਖੋਲੇ ਜਾਣ। ਸੋ ਮੈਂ ਸਮਝਦਾ ਮਾਨਯੋਗ ਗਵਰਨਰ ਸਾਹਿਬ ਨੂੰ ਇਹਨਾਂ ਸਾਰੇ ਮਾਮਲਿਆਂ ਤੇ ਆਪਦੇ ਲੀਗਲ ਐਡਵਾਈਜ਼ਰ ਤੋਂ ਸਲਾਹ ਲੈਣੀ ਚਾਹੀਦੀ ਆ, ਤਾਂ ਇਸ ਤਰ੍ਹਾਂ ਦੇ ਲੈਟਰ ਲਿਖਣੇ ਚਾਹੀਦੇ ਨੇ। ਬਿਲਕੁਲ ਅਸੀਂ 100% ਉਹਦੇ ਵਿੱਚ ਕੰਮ ਕੀਤਾ ਗਾ। 100% ਰੈਵਨਿਊ ਜਿਹੜਾ ਆ ਰਿਹਾ ਹੈਗਾ, ਕਿਤੇ ਵੀ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ। ਲਗਾਤਾਰ ਸਾਡੀ ਜਿਹੜੀ ਚੌਕਸੀ ਟੀਮਾਂ ਨੇਗੀਆਂ ਉਹ ਪੰਜਾਬ ਦੇ ਹਰ ਠੇਕਿਆਂ ਨੂੰ ਹਰ ਜਗ੍ਹਾ ਤੇ ਚੈੱਕ ਕਰ ਰਹੀਆਂ ਨੇਗੀਆਂ। ਸੋ ਇਸ ਤਰ੍ਹਾਂ ਦੀਆਂ ਮੈਂ ਸਮਝਦਾ ਲੋਕਾਂ ਦੇ ਅੰਦਰ ਗੁੰਮਰਾਹਕੁਨ ਪ੍ਰਚਾਰ ਜਿਹੜਾ ਗਾ ਉਹ ਮਾਨਯੋਗ ਗਵਰਨਰ ਦੇ ਸਾਹਿਬ ਦੇ ਰਾਹੀਂ ਨਹੀਂ ਹੋਣਾ ਚਾਹੀਦਾ, ਬਲਕਿ ਉਹ ਮੈਟਰ ਆਲਰੇਡੀ ਜਿਹੜਾ ਹੈਗਾ ਹਾਈ ਕੋਰਟ ਦੇ ਅੰਦਰ ਖਤਮ ਹੋ ਚੁੱਕਿਆ ਹੈ। ਇਹ ਕੈਬਨਿਟ ਮੀਟਿੰਗ ਵਿੱਚ ਚਰਚਾ ਹੋਈ ਕਿ ਗਵਰਨਰ ਸਾਹਿਬ ਨੇ ਕਿਹਾ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ? ਨਹੀਂ, ਇਸ ਤਰ੍ਹਾਂ ਦੀ ਕੋਈ ਵੀ ਚਰਚਾ ਕੋਈ ਡਿਸਕਸ਼ਨ ਨਹੀਂ, ਇਸ ਤਰ੍ਹਾਂ ਦੀ ਕੋਈ ਵੀ ਚਰਚਾ ਨਹੀਂ। ਹੜ੍ਹਾਂ ਨੂੰ ਚਰਚਾ ਹੋਈ ਹੈ ਕਿਉਂਕਿ ਕਾਂਗਰਸ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਅੱਜ ਫਿਰੋਜ਼ਪੁਰ। ਹੜ੍ਹਾਂ ਨੂੰ ਲੈ ਕੇ 186 ਕਰੋੜ ਰੁਪਏ ਆਲਰੇਡੀ ਜਾਰੀ ਹੋ ਚੁੱਕੇ ਨੇ ਔਰ ਬਹੁਤ ਜਗ੍ਹਾ ਤੇ ਜਿੱਥੇ ਕਿਤੇ ਹਜੇ ਵੀ ਪਾਣੀ ਖੜਾਗਾ, ਕਈ ਜਗ੍ਹਾ ਤੇ ਹਜੇ ਵੀ ਪਾਣੀ ਖੜਾਗਾ। ਸੋ ਜਿੱਥੇ ਜਿੱਥੇ ਪਾਣੀ ਖੜਾਗਾ ਉਹਦੀਆਂ ਗਿਰਦਾਵਰੀਆਂ ਜਿਵੇਂ ਹੋ ਕੇ ਆ ਰਹੀਆਂ ਨੇ ਤੇ ਜਿਹੜਾ ਹੈਗਾ ਮੁਆਵਜ਼ਾ ਜਾਰੀ ਹੋ ਰਿਹਾ। ਕਾਂਗਰਸ ਧਰਨਾ ਦੇ ਰਹੀ, ਕਦੀ ਫਾਜ਼ਿਲਕਾ, ਕਦੀ ਅਬੋਹਰ, ਕਦੀ ਫਿਰੋਜ਼ਪੁਰ। ਦੇਖੋ ਮੈਂ ਸਮਝਦਾ ਉਹਨਾਂ ਨੂੰ ਵੇਟ ਕਰਨੀ ਚਾਹੀਦੀ ਹੈ ਕਿਉਂਕਿ ਕੁਦਰਤੀ ਕਹਿਰ ਲਗਾਤਾਰ ਜਾਰੀ ਹੈਗਾ। ਸੋ ਉਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜੇ ਕੀਤੇ ਕੰਮ ਦੀ ਸਰਾਹਨਾ ਕਰਨੀ ਚਾਹੀਦੀ ਹੈ। ਬੇਵਜ੍ਹਾ ਜਿਹੜੀਆਂ ਪੋਲੀਟੀਕਲ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ ਨੇਗੀਆਂ। ਲਗਾਤਾਰ ਸਰਕਾਰ ਜਿਹੜੀ ਆ ਕਿਸਾਨ ਦੀ ਜਿਹਦਾ ਵੀ ਨੁਕਸਾਨ ਹੋਇਆ ਦੀ ਅਸੀਂ ਬਾਂਹ ਫੜੀ ਹੈ ਕਿ 186 ਕਰੋੜ ਜਾਰੀ ਹੋ ਚੁੱਕੇ ਨੇ। ਜਦੋਂ ਵੀ ਜਿਹਦੀ ਮੁਆਵਜ਼ੇ ਦੀ ਲਿਸਟ ਬਣ ਕੇ ਆ ਰਹੀ ਹੈ ਤੁਰੰਤ ਜਿਹੜੇ ਪੈਸੇ ਜਾਰੀ ਹੋ ਰਹੇ ਨੇ। ਧੰਨਵਾਦ।